ਅੱਜ ਦਾ ਆਪਾਂ ਜਿਹੜਾ ਟੌਪਿਕ ਕਰਨਾ ਸੀ ਉਹ ਸੀਗਾ ਇਨਵੋਇਸ ਫॉर ਕੰਟੀਨਿਊਸ ਸਪਲਾਈ ਆਫ ਗੁੱਡਸ। ਜਦੋਂ ਅਸੀਂ ਗੁੱਡਸ ਦੀ ਸਪਲਾਈ ਕੰਟੀਨਿਊਸ ਕਰਦੇ ਹਾਂ ਤਾਂ ਇਨਵੋਇਸ ਕਦੋਂ ਇਸ਼ੂ ਕਰਨੀ ਹੈ। ਕੰਟੀਨਿਊਸ ਸਪਲਾਈ ਹੁੰਦਾ ਮਤਲਬ ਅਸੀਂ ਜਿਸ ਚੀਜ਼ ਦਾ ਬਿੱਲ ਮੰਥਲੀ ਜਾਂ 2 ਮੰਥਲੀ ਪੇ ਕਰਦੇ ਹਾਂ, ਜਿਵੇਂ ਕਈ ਸਟੇਟਸ ਦੇ ਵਿੱਚ ਜਿਹੜਾ ਆਇਲ ਆ ਜਾਂ ਜਿਹੜੀ ਗੈਸ ਆ ਉਹ ਪਾਈਪਲਾਈਨ ਦੇ ਥਰੂ ਡਿਲੀਵਰ ਕੀਤੀ ਜਾਂਦੀ ਆ। ਇਸ ਕੇਸ ਵਿੱਚ ਕੰਟੀਨਿਊਸਲੀ ਸਪਲਾਈ ਚੱਲਦੀ ਆ, ਮੰਥ ਦੇ ਐਂਡ 'ਤੇ ਇੱਕ ਬਿੱਲ ਜਾਂਦਾ ਜਿਹਦਾ ਤੁਸੀਂ ਪੇਮੈਂਟ ਕਰਦੇ ਹੋ, ਠੀਕ ਆ। ਸੋ ਉਹ ਚੀਜ਼ ਕੀ ਕੰਟੀਨਿਊਸ ਸਪਲਾਈ ਆ, ਉਹਦੇ ਵਿੱਚ ਆਪਾਂ ਕੀ ਦੇਖਣਾ, ਜਦੋਂ ਉਹ ਸਟੇਟਮੈਂਟ ਇਸ਼ੂ ਕਰੂਗਾ ਉਹ ਤੋਂ ਪਹਿਲਾਂ ਜਾਂ ਜਦੋਂ ਉਹ ਪੇਮੈਂਟ ਰਿਸੀਵ ਕਰੂਗਾ ਉਹ ਤੋਂ ਪਹਿਲਾਂ, ਵਿਚ ਐਵਰ ਇਜ਼ ਅਰਲੀਅਰ ਉਹ ਸਟੇਟ ਨੂੰ ਮੈਂ ਕੀ ਕਰ ਦਾਂਗੇ ਇਨਵੋਇਸ ਇਸ਼ੂ। ਨੀਚੇ ਐਗਜ਼ਾਮਪਲ ਦਿੱਤੀ ਹੈ, ਮੈਸੇਂਜਰ ਗਿਆਨੀ ਸਪਲਾਈ ਕਰ ਰਿਹਾ ਸੀ ਗੈਸ ਕੰਟੀਨਿਊਸਲੀ ਐਕਸ ਕੰਪਨੀ ਨੂੰ, ਕੌਂਟਰੈਕਟ ਆਫ ਸਪਲਾਈ ਪ੍ਰੋਵਾਈਡ ਕਰ ਰਿਹਾ ਸਟੇਟਮੈਂਟ ਆਫ ਸਪਲਾਈ ਜਦੋਂ ਉਹ ਯੂਜ਼ ਕਰ ਲੈਂਦਾ ਉਹਦੇ ਸਬਸੀਕੁਐਂਟ ਮੰਥ ਦੇ ਫਸਟ ਡੇਟ ਨੂੰ, ਜਦ ਕਿ ਮਿਸਟਰ ਐਕਸ ਪੇ ਕਰਦਾ 8th ਆਫ ਦਾ ਸਬਸੀਕੁਐਂਟ ਮੰਥ। ਮੰਨ ਲਓ ਅਗਸਤ ਮੰਥ ਦੀ ਕੇਸ ਆਫ ਸਪਲਾਈ ਆ, ਤਾਂ ਇਸ ਕੇਸ ਦੇ ਵਿੱਚ ਸਟੇਟਮੈਂਟ ਕਦੋਂ ਮਿਲੂਗੀ, ਜਾਣੀ ਕਿ ਉਹਨੂੰ ਬਿੱਲ ਕਦੋਂ ਮਿਲਣਾ ਹੈ 1/9/2017 ਨੂੰ। ਉਹ ਪੇਮੈਂਟ ਕਦੋਂ ਕਰ ਰਿਹਾ 8/9/2017 ਨੂੰ। ਇਹਦਾ ਮਤਲਬ ਉਹ ਬਿੱਲ ਇਸ਼ੂ ਕਰ ਸਕਦਾ ਹੈ 1/9/2017 ਨੂੰ। ਔਰ ਨੀਚੇ ਇਹੀ ਚੀਜ਼ ਹੈ ਟਾਈਮ ਲਿਮਿਟ ਫॉर द ਇਸ਼ੂ ਆਫ ਇਨਵੋਇਸ ਕੀ ਹੈ, ਜਾਂ ਤਾਂ ਜਦੋਂ ਉਹ ਸਟੇਟਮੈਂਟ ਜਾਣੀ ਕਿ ਬਿੱਲ ਦੇਊਗਾ ਜਾਂ ਫਿਰ ਜਦੋਂ ਉਹ ਪੇਮੈਂਟ ਦੇਊਗਾ, ਠੀਕ ਹੈ। ਸੋ ਕੰਟੀਨਿਊਸ ਸਪਲਾਈ ਸਰਵਿਸਿਜ਼ ਦੇ ਵਿੱਚ ਕੀ ਆ, ਅਗਰ ਤੁਸੀਂ ਕੋਈ ਸਰਵਿਸਿਜ਼ ਕੰਟੀਨਿਊਸਲੀ ਮੀਨਿੰਗ ਹੋਈ ਹੈ ਕੰਟੀਨਿਊਸਲੀ ਸਪਲਾਈ ਕਰਦੇ ਹੋ, ਠੀਕ ਆ, ਔਰ ਪੀਰੀਅਡ 3 ਮਹੀਨੇ ਤੋਂ ਜ਼ਿਆਦਾ ਨਹੀਂ ਹੈਗਾ ਸਰਵਿਸਿਜ਼ ਦਾ, ਉਸ ਕੇਸ ਦੇ ਵਿੱਚ ਕੀ ਕਰਨਾ, ਬਿਫੋਰ ਡਿਊ ਡੇਟ ਆਫ ਪੇਮੈਂਟ, ਜਦੋਂ ਡਿਊ ਡੇਟ ਆ ਪੇਮੈਂਟ ਦੀ, ਠੀਕ ਆ, ਵੇਅਰ ਡਿਊ ਡੇਟ ਆਫ ਪੇਮੈਂਟ ਇਜ਼ ਐਸਰਟੇਨੇਬਲ, ਜਦੋਂ ਪਤਾ ਹੈ ਕਿ ਪੇਮੈਂਟ ਕਦੋਂ ਹੋਣੀ ਆ ਉਹ ਪਤਾ ਕੀਤੀ ਜਾ ਸਕਦੀ ਹੈ, ਅਤੇ ਇਸ ਕੇਸ ਦੇ ਵਿੱਚ ਇਨਵੋਇਸ ਇਸ਼ੂ ਹੋਣਾ ਔਨ ਜਾਂ ਬਿਫੋਰ ਡਿਊ ਡੇਟ ਆਫ ਪੇਮੈਂਟ। ਨੀਚੇ ਨਾ ਸ਼ਾਰਟ ਚਿੱਤਾ ਇੱਥੋਂ ਹੀ ਕਰ ਲੈਂਦੇ ਹਾਂ। ਅਗਰ ਡਿਊ ਡੇਟ ਮੈਜਰ ਕੀਤੀ ਜਾ ਸਕਦੀ ਹੈ ਤਾਂ ਜਦੋਂ ਬਿੱਲ ਇਸ਼ੂ ਕਦੋਂ ਹੋਣਾ ਆ, ਉਸ ਡਿਊ ਡੇਟ ਆਫ ਪੇਮੈਂਟ ਵਾਲੇ ਦਿਨ ਜਾਂ ਉਹ ਤੋਂ ਪਹਿਲਾਂ। ਜਦੋਂ ਡਿਊ ਡੇਟ ਐਸਰਟੇਨੇਬਲ ਨਹੀਂ ਹੈਗੀ ਤਾਂ ਅਸੀਂ ਕੀ ਕਰਨਾ, ਡੇਟ ਆਫ ਰਿਸਿਪਟ ਆਫ ਪੇਮੈਂਟ, ਜਿਸ ਦਿਨ ਅਸੀਂ ਪੇਮੈਂਟ ਰਿਸੀਵ ਕਰਨੀ ਹੈ ਉਸ ਡੇਟ ਤੋਂ ਪਹਿਲਾਂ ਜਾਂ ਉਸ ਡੇਟ ਨੂੰ। ਅਗਰ ਪੇਮੈਂਟ ਲਿਖਿਆ ਕੰਪਲੀਸ਼ਨ ਆਫ ਇਵੈਂਟ ਦੇ ਨਾਲ, ਤਾਂ ਜਦੋਂ ਕੌਂਟਰੈਕਟ ਜਾਂ ਜਿਹੜੀ ਕੰਮ ਆ ਉਹ ਕੰਪਲੀਟ ਹੋਊਗਾ ਉਦੋਂ ਜਾਂ ਉਹ ਤੋਂ ਪਹਿਲਾਂ। ਇਨਵੋਇਸ ਔਨ ਸੀਜ਼ਿੰਗ ਆਫ ਕੌਂਟਰੈਕਟ, ਠੀਕ ਆ, ਇਸ ਕੇਸ ਦੇ ਵਿੱਚ ਵੀ ਜਿਹੜਾ ਉਹ ਬਿੱਲ ਇਸ਼ੂ ਕਰੂਗਾ ਉਦੋਂ ਕਰੂਗਾ ਜਦੋਂ ਜਿਹੜੀ ਸੀਜ਼ੇਸ਼ਨ ਮਤਲਬ ਹੁੰਦਾ ਕੈਂਸਲੇਸ਼ਨ ਆਫ ਕੌਂਟਰੈਕਟ ਇਫੈਕਟ 'ਚ ਮਤਲਬ ਲਾਗੂ ਹੋਊਗਾ। ਇਨਵੋਇਸ ਫॉर द ਗੁੱਡਸ ਸੈਂਟ ਔਨ ਅਪਰੂਵਲ, ਕਈ ਵਾਰੀ ਗੁੱਡਸ ਆਪਾਂ ਭੇਜਦੇ ਹਾਂ ਕਿ ਜਾਂ ਤਾਂ ਇਹਨੂੰ ਰੱਖ ਲਈ ਮਤਲਬ ਅਪਰੂਵ ਕਰ ਲਈ, ਜਾਂ ਫਿਰ ਇਹਨੂੰ ਰਿਟਰਨ ਬੇਸਿਸ ਦੇ ਵਿੱਚ, ਠੀਕ ਹੈ। ਇਸ ਕੇਸ ਦੇ ਵਿੱਚ ਜਿਹੜੀ ਸਪਲਾਈ ਆ ਉਹ 6 ਮਹੀਨਿਆਂ ਦੇ ਵਿੱਚ ਲੱਗ ਜਾਂਦੀ ਹੈ। ਇਹ ਲਿਖਿਆ ਦੈਨ ਇਨਵੋਇਸ ਸ਼ੈਲ ਬੀ ਇਸ਼ੂਡ ਔਨ ਬਿਫੋਰ ਜਾਂ ਐਟ ਦਾ ਟਾਈਮ ਆਫ ਇਟ ਬਿਕਮ ਨੋਨ ਦੈਟ ਸਪਲਾਈ ਹੈਜ਼ ਬੀਨ ਟੇਕਨ ਪਲੇਸ, ਜਾਂ ਤਾਂ ਬਿੱਲ ਇਸ਼ੂ ਕੀਤਾ ਜਾਊਗਾ ਜਦੋਂ ਮਤਲਬ ਡਿਲੀਵਰੀ ਤੋਂ ਪਹਿਲਾਂ ਜਦੋਂ ਉਹ ਭੇਜ ਰਿਹਾ ਗੁੱਡਸ, ਜਾਂ ਜਦੋਂ ਸਾਨੂੰ ਇਹ ਪਤਾ ਲੱਗ ਜਾਊਗਾ ਕਿ ਇਹ ਚੀਜ਼ ਦੀ ਸਪਲਾਈ ਹੋ ਚੁੱਕੀ ਹੈ। ਆਪਾਂ ਹਮੇਸ਼ਾ ਜਿਹੜੀ ਗੁੱਡ ਸੈਂਟਰ ਨੂੰ ਅਪਰੂਵਲ ਭੇਜਦੇ ਹਾਂ 6 ਮੰਥਲੀ ਟਾਈਮ ਪੀਰੀਅਡ ਹੁੰਦਾ, 6 ਮੰਥ ਦੇ ਵਿੱਚ ਜਾਂ ਤਾਂ ਉਹਨੇ ਰਿਟਰਨ ਕਰਨਾ ਹੁੰਦਾ ਜਾਂ ਅਪਰੂਵ ਕਰਨਾ ਹੁੰਦਾ। ਅਗਰ ਉਹ 6 ਮੰਥ 'ਚ ਕੋਈ ਰਿਪਲਾਈ ਨਹੀਂ ਦਿੰਦਾ ਤਾਂ ਆਪਾਂ ਕੀ ਮੰਨ ਲੈਂਦੇ ਕਿ ਸਪਲਾਈ ਹੋਊਗੀ। ਸੋ ਇਸੇ ਲਈ ਹੁਣ ਇੱਥੇ 6 ਮੰਥ ਲਿਖਿਆ ਵਿਚ ਐਵਰ ਇਜ਼ ਅਰਲੀਅਰ, ਮਤਲਬ ਜਦੋਂ ਉਹ ਕਹਿ ਦੂਗਾ ਵੀ ਹਾਂ ਮੈਨੂੰ ਗੁੱਡਸ ਐਕਸੈਪਟ ਆ ਉਹ ਡੇਟ, ਜਾਂ ਫਿਰ ਜਦੋਂ 6 ਮਹੀਨੇ ਹੋ ਗਏ ਇਹਨਾਂ ਦੋਨਾਂ 'ਚੋਂ ਵਿਚ ਐਵਰ ਇਜ਼ ਅਰਲੀਅਰ ਉਹ ਸਟੇਟ ਨੂੰ ਉਹ ਇਨਵੋਇਸ ਇਸ਼ੂ ਕਰ ਦੂਗਾ ਗੁੱਡ ਸੈਂਟ ਔਨ ਅਪਰੂਵਲ ਬੇਸਿਸ ਵਾਲੇ ਕੇਸ ਦੇ ਵਿੱਚ। ਉਸ ਤੋਂ ਬਾਅਦ ਉਹਨੇ ਲਿਖਿਆ ਨੋ ਇਨਵੋਇਸ ਐਂਡ ਕੰਸੋਲੀਡੇਟਡ ਇਨਵੋਇਸ, ਰਜਿਸਟਰਡ ਪਰਸਨ ਮੇ ਨਾਟ ਇਸ਼ੂ ਟੈਕਸ ਇਨਵੋਇਸ, ਅਗਰ ਉਹਦੀ ਜਿਹੜੀ ਗੁੱਡਸ ਦੀ ਸਰਵਿਸਿਜ਼ ਦੀ ਵੈਲਿਊ 200 ਤੋਂ ਘੱਟ ਆ, ਰਿਸੀਵਰ ਅਨਰਜਿਸਟਰਡ ਆ, ਜਾਂ ਰਿਸੀਵਰ ਨੂੰ ਇਨਵੋਇਸ ਦੀ ਰਿਕੁਆਇਰਮੈਂਟ ਨਹੀਂ, ਜਾਂ ਫਿਰ ਰਜਿਸਟਰਡ ਪਰਸਨ ਆ ਜਿਹੜਾ ਕੰਸੋਲੀਡੇਟਡ ਟੈਕਸ ਇਨਵੋਇਸ ਇਸ਼ੂ ਕਰ ਸਕਦਾ ਆ ਅਗਰ ਜਿਹੜੀ ਉਹਦੀ ਸਪਲਾਈ ਆ ਅਨਰਜਿਸਟਰਡ ਪਰਸਨ ਨੂੰ ਉਹਦੀ ਵੈਲਿਊ 200 ਤੋਂ ਘੱਟ ਆ। ਰਿਵਾਈਜ਼ਡ ਟੈਕਸ ਇਨਵੋਇਸ ਕਹਿੰਦੇ ਹਰੇਕ ਰਜਿਸਟਰਡ ਪਰਸਨ ਨੂੰ ਗ੍ਰਾਂਟ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਜਿਸ ਡੇਟ ਤੋਂ ਕੀ ਲਿਖਿਆ, ਐਵਰੀ ਰਜਿਸਟਰਡ ਪਰਸਨ ਹੂ ਹੈਜ਼ ਬੀਨ ਗ੍ਰਾਂਟਿਡ ਰਜਿਸਟਰਡ ਸਰਟੀਫਿਕੇਸ਼ਨ ਵਿਦ ਇਫੈਕਟ ਫਰੋਮ ਦ ਡੇਟ ਅਰਲੀਅਰ ਦੈਨ ਦ ਡੇਟ ਆਫ ਇਸ਼ੂਐਂਸ ਆਫ ਦ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਟੂ ਹਿਮ ਮੇ ਇਸ਼ੂ ਦ ਰਿਵਾਈਜ਼ ਟੈਕਸ ਇਨਵੋਇਸ, ਮਤਲਬ ਕਈ ਵਾਰ ਕਹਿੰਦਾ ਕਈ ਪਰਸਨ ਰਜਿਸਟ੍ਰੇਸ਼ਨ ਦੇ ਲਈ ਲਾਇਬਲ ਹੁੰਦੇ ਆ ਬਟ ਉਹ ਅਪਲਾਈ ਕਰ ਦਿੰਦੇ ਨੇ। ਇਸ ਕੇਸ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਉਹਨੂੰ ਟੈਂਪਰਰੀ ਗ੍ਰਾਂਟ ਕੀਤੀ ਜਾਂਦੀ ਹੈ, ਉਸ ਟੈਂਪਰਰੀ ਗ੍ਰਾਂਟ ਵਾਲੀ ਡੇਟ ਤੋਂ ਜਾਂ ਜਿਸ ਦਿਨ ਉਹਨੂੰ ਐਕਚੁਅਲ 'ਚ ਰਜਿਸਟ੍ਰੇਸ਼ਨ ਸਰਟੀਫਿਕੇਟ ਗ੍ਰਾਂਟ ਮਿਲ ਜੂਗਾ ਉਸ ਦਿਨ ਨੂੰ ਇੱਕ ਰਿਵਾਈਜ਼ ਟੈਕਸ ਇਨਵੋਇਸ ਇਸ਼ੂ ਕਰ ਸਕਦਾ ਹੈ, ਜਿਸ ਡੇਟ ਮਤਲਬ ਰਜਿਸਟ੍ਰੇਸ਼ਨ ਸਰਟੀਫਿਕੇਟ ਰਿਸੀਵ ਹੋਣ ਤੋਂ ਪਹਿਲਾਂ ਵਾਲੀ ਜਿਹੜੀਆਂ ਵੀ ਉਹਨੇ ਸਪਲਾਈ ਕੀਤੀਆਂ ਉਹਨਾਂ ਲਈ ਇੱਕ ਰਿਵਾਈਜ਼ਡ ਟੈਕਸ ਇਨਵੋਇਸ ਇਸ਼ੂ ਕਰ ਸਕਦਾ ਆ। ਔਰ ਉਹ ਟੈਕਸ ਇਨਵੋਇਸ ਜਦੋਂ ਉਹਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਗਿਆ ਉਹਦੇ 1 ਮੰਥ ਦੇ ਵਿੱਚ ਕਰਨਾ ਆ। ਇਹ ਪ੍ਰੋਵੀਜ਼ਨ ਨੈਸੈਸਰੀ ਆ ਕਿਉਂਕਿ ਜਿਹੜਾ ਪਰਸਨ ਆ
ਜਦੋਂ ਵੀ ਰਜਿਸਟ੍ਰੇਸ਼ਨ ਦੇ ਲਈ ਲਾਇਬਲ ਹੋਗਾ ਉਹਨੇ 30 ਦਿਨ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਆ, ਔਰ ਉਸ 30 ਦਿਨ ਦੇ ਵਿੱਚ ਜੋ ਕੋਈ ਵੀ ਸਪਲਾਈ ਕਰਦਾ ਤਾਂ ਉਹਦਾ ਬਿੱਲ ਉਹ ਕੱਟ ਸਕਦਾ ਹੈ। ਬਟ ਉਸ ਤੋਂ ਜਦੋਂ ਰਜਿਸਟ੍ਰੇਸ਼ਨ ਮਿਲ ਗਈ ਉਹ ਤੋਂ 1 ਮਹੀਨੇ ਦੇ ਵਿੱਚ ਉਹਨੇ ਰਿਵਾਈਜ਼ਡ ਵੀ ਇਸ਼ੂ ਕਰਨੀਆਂ ਹੁੰਦੀਆਂ ਨੇ। ਆਏ ਲਿਖਣ 'ਚ ਟਾਈਮ ਲੈਗ ਹੁੰਦਾ ਜਦੋਂ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਗ੍ਰਾਂਟ ਹੁੰਦਾ ਅਤੇ ਜਦੋਂ ਦੀ ਇਫੈਕਟਿਵ ਡੇਟ ਹੁੰਦੀ ਹੈ। ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਵੀ ਉਹ ਸੇਲ ਕਰੂਗਾ ਉਹ 'ਤੇ ITC ਅਵੇਲ ਕਰ ਸਕਦਾ ਆ ਰਿਸੀਵਰ। ਠੀਕ ਆ, ਨੀਚੇ ਉਹਨੇ ਲਿਖਿਆ ਰੰਜੂ ਲਿਮਟਿਡ ਨੇ ਕਮੈਂਸ ਕੀਤਾ ਬਿਜ਼ਨਸ ਸਪਲਾਈ ਦੇ ਲਈ 1 ਅਪ੍ਰੈਲ 2000 ਨੂੰ ਗੁਜਰਾਤ ਦੇ ਵਿੱਚ। ਟਰਨਓਵਰ ਜਿਹੜੀ ਐਕਸੀਡ ਕਰ ਰਹੀ ਸੀ 20 ਲੱਖ ਸੀਗੀ 3 ਸਤੰਬਰ ਨੂੰ, ਅਤੇ ਇਹਦਾ ਮਤਲਬ ਉਹ 3 ਸਤੰਬਰ ਨੂੰ ਰਜਿਸਟ੍ਰੇਸ਼ਨ ਦੇ ਲਈ ਲਾਇਬਲ ਹੋ ਗਿਆ। ਉਹਨੇ ਅਪਲਾਈ ਕੀਤੀ ਰਜਿਸਟ੍ਰੇਸ਼ਨ 29 ਸਤੰਬਰ ਨੂੰ, ਅਤੇ ਉਹਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਕਦੋਂ ਮਿਲਿਆ 5 ਅਕਤੂਬਰ ਨੂੰ। ਠੀਕ ਹੈ, ਸਿੰਸ ਕਿ ਉਹਨੇ 30 ਦਿਨ ਦੇ ਵਿੱਚ ਅਪਲਾਈ ਕਰਤਾ ਤਾਂ ਉਹਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਗ੍ਰਾਂਟ ਕਦੋਂ ਹੋ ਜਾਊਗਾ 3 ਨੂੰ, ਬਟ ਇਸ਼ੂ ਕਦੋਂ ਹੋਊਗਾ ਜਦੋਂ ਵੀ। ਠੀਕ ਹੈ, ਅਤੇ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਉਹ ਸਪਲਾਈ ਕਰੂਗਾ ਉਹਦੇ ਲਈ ਉਹਨੇ ਰਿਵਾਈਜ਼ ਟੈਕਸ ਇਨਵਾਇਸ ਇਸ਼ੂ ਕਰਨੀ ਹੈ। ਉਸ ਤੋਂ ਬਾਅਦ ਮੈਨਰ ਕੀ ਹੈ, ਜਿਸ ਮੈਨਰ 'ਚ ਆਪਾਂ ਟੈਕਸ ਇਨਵਾਇਸ ਇਸ਼ੂ ਕਰਦੇ ਹਾਂ। ਗੁਡਸ ਦੇ ਵਿੱਚ ਟ੍ਰਿਪਲੀਕੇਟ ਕਾਪੀ ਹੁੰਦੀ ਹੈ, ਓਰੀਜਨਲ ਕਾਪੀ ਰਿਸੀਵਰ ਕੋਲ, ਡੁਪਲੀਕੇਟ ਕਾਪੀ ਟਰਾਂਸਪੋਰਟਰ ਕੋਲ, ਟ੍ਰਿਪਲੀਕੇਟ ਕਾਪੀ ਕਿਹਦੇ ਕੋਲ ਹੁੰਦੀ ਆ ਸਪਲਾਇਰ ਕੋਲ ਹੁੰਦੀ ਆ। ਸਰਵਿਸਿਜ਼ ਦੇ ਵਿੱਚ 2 ਹੀ ਹੁੰਦੀਆਂ, ਇੱਕ ਰਿਸੀਵਰ ਲਈ ਇੱਕ ਸਪਲਾਇਰ ਦੇ ਲਈ। ਉਸ ਤੋਂ ਬਾਅਦ ਲਿਖਿਆ ਸਪਲਾਈ ਆਫ ਗੁੱਡ ਐਂਡ ਸਰਵਿਸਿਜ਼ ਜੇ ਰਜਿਸਟਰਡ ਪਰਸਨ ਇਸ਼ੂ ਕਰੂਗਾ ਤਾਂ ਟੈਕਸ ਇਨਵਾਇਸ। ਅਗਰ ਐਗਜ਼ੈਂਪਟ ਗੁੱਡਸ ਦੀ ਸਰਵਿਸਿਜ਼ ਸਪਲਾਈ ਕਰ ਰਿਹਾ ਤਾਂ ਬਿੱਲ ਆਫ ਸਪਲਾਈ ਇਸ਼ੂ ਹੋਊਗਾ। ਅਗਰ ਸਰਵਿਸਿਜ਼ ਅਨਰਜਿਸਟਰਡ ਪਰਸਨ ਨੂੰ ਇਸ਼ੂ ਕੀਤੀਆਂ ਜਾਂਦੀਆਂ ਨੇ ਤਾਂ ਟੈਕਸ ਇਨਵਾਇਸ ਇਸ਼ੂ ਹੋਊਗਾ। ਅਗਰ ਵੈਲਿਊ 200 ਤੋਂ ਘੱਟ ਜ਼ਿਆਦਾ ਆ ਤਾਂ ਵੇਅਰ ਅਨਰਜਿਸਟਰਡ ਪਰਸਨ ਆਸਕਡ ਫॉर ਦ ਇਨਵਾਇਸ। ਜੇ 200 ਤੋਂ ਘੱਟ ਆ ਤਾਂ ਉਹ ਕੰਸੋਲੀਡੇਟਡ ਇਨਵਾਇਸ ਇਸ਼ੂ ਕਰੂਗਾ, ਆਪਾਂ ਕਰ ਲਿਆ ਪਹਿਲਾਂ ਵੀ। ਅਗਰ ਸਪਲਾਈ ਐਗਜ਼ੈਂਪਟ ਗੁੱਡਸ ਦੀ ਹੋ ਰਹੀ ਹੈ ਅਨਰਜਿਸਟਰਡ ਪਰਸਨ ਨੂੰ ਤਾਂ ਵੀ ਆਹੀ ਤਿੰਨੋਂ ਕੇਸ ਦੁਬਾਰਾ ਨੇ ਉੱਪਰ ਵਾਲੀ। ਠੀਕ ਆ, ਉਸ ਤੋਂ ਬਾਅਦ ਬਿੱਲ ਆਫ ਸਪਲਾਈ ਆਪਾਂ ਨੂੰ ਪਤਾ ਹੈ ਜਦੋਂ ਉਦੋਂ ਇਸ਼ੂ ਹੁੰਦੀ ਜਦੋਂ ਟੈਕਸ ਨਹੀਂ ਬਣਦਾ। ਠੀਕ ਆ, ਜਾਂ ਕੰਪੋਜੀਸ਼ਨ ਸਕੀਮ ਦੇ ਵਿੱਚ ਉਹ ਟੈਕਸ ਇਨਵਾਇਸ ਇਸ਼ੂ ਨਹੀਂ ਕਰਦੇ, ਬਿੱਲ ਆਫ ਸਪਲਾਈ ਇਸ਼ੂ ਕਰਦੇ ਨੇ। ਪਰਸਨ ਰਜਿਸਟਰਡ ਆ ਗੁੱਡਸ ਐਗਜ਼ੈਂਪਟਡ ਸਪਲਾਈ ਕਰਦਾ ਜਾਂ ਕੰਪੋਜੀਸ਼ਨ ਸਕੀਮ ਦੇ ਅੰਡਰ ਆ ਤਾਂ ਉਹ ਟੈਕਸ ਇਨਵਾਇਸ ਇਸ਼ੂ ਨਹੀਂ ਕਰੂਗਾ, ਬਿੱਲ ਆਫ ਸਪਲਾਈ ਇਸ਼ੂ ਕਰੂਗਾ। ਸੋ ਰਜਿਸਟਰਡ ਪਰਸਨ ਆਪਟ ਕਰ ਸਕਦਾ ਕਿ ਉਹਨੇ ਕੰਪੋਜੀਸ਼ਨ ਸਕੀਮ ਲੈਣੀ ਹੈ ਨਹੀਂ, ਔਰ ਕੰਪੋਜੀਸ਼ਨ ਸਕੀਮ ਵਾਲਾ ਆਪਾਂ ਚੈਪਟਰ ਪੂਰਾ ਕਰ ਚੁੱਕੇ ਹਾਂ। ਜਿਹੜੇ ਕੰਟੈਂਟ ਨੇ ਬਿੱਲ ਆਫ ਸਪਲਾਈ ਦੇ ਸੇਮ ਨੇ, ਡਿਟੇਲ ਸਪਲਾਇਰ ਦੀ ਹੋਊਗੀ, ਸੀਰੀਅਲ ਨੰਬਰ ਹੋਊਗਾ, ਡੇਟ ਆਫ ਇਸ਼ੂ ਹੋਊਗੀ, ਮੈਂ ਦੁਬਾਰਾ ਡਿਟੇਲ 'ਚ ਨਹੀਂ ਕਰਾ ਰਹੇ। ਰਜਿਸਟਰਡ ਰੈਸੀਪੈਂਟ ਹੋਊਗਾ, HSN ਕੋਡ ਹੋਊਗਾ, ਡਿਸਕ੍ਰਿਪਸ਼ਨ ਹੋਊਗੀ, ਗੁੱਡਸ ਦੀ ਵੈਲਿਊ ਆਫ ਸਪਲਾਈ ਵਗੈਰਾ, ਬਾਕੀ ਸਭ ਪ੍ਰੋਵੀਜ਼ਨ। ਨੋ ਬਿੱਲ ਆਫ ਅਗਰ ਸਪਲਾਈ ਜਿਹੜੀ 200 ਤੋਂ ਘੱਟ ਤਾਂ ਬਿੱਲ ਆਫ ਸਪਲਾਈ ਉਹ ਇਸ਼ੂ ਨਹੀਂ ਕਰੂਗਾ, ਕੰਸੋਲੀਡੇਟਡ ਬਿੱਲ ਆਫ ਸਪਲਾਈ ਇਸ਼ੂ ਕਰੂਗਾ। ਠੀਕ ਹੈ, ਐਕਸਪੋਰਟ ਇਨਵਾਇਸ ਕਦੋਂ ਹੁੰਦਾ ਜਦੋਂ ਆਪਾਂ ਗੁੱਡਸ ਨੂੰ ਐਕਸਪੋਰਟ ਕਰਦੇ ਹਾਂ। ਠੀਕ ਆ, ਇਨ ਕੇਸ ਆਫ ਐਕਸਪੋਰਟ ਗੁੱਡ ਐਂਡ ਸਰਵਿਸਿਜ਼ ਦਾ ਇਨਵਾਇਸ ਸ਼ੈਲ for each supply if the value of goods and services for both supplied is less than 200 carry on endorsement supply meant for the export or on the payment of integrated tax। मतलब ये ਜਿਹੜਾ ਬਿੱਲ ਹੋਗਾ ਉਹਦੇ ਉੱਪਰ ਇਹ ਲਿਖਣਾ ਹੈ ਸਪਲਾਈ ਮੀਟ ਫॉर द एक्सपोर्ट ऑन द पेमेंट ऑफ इंटीग्रेटेड टैक्स, सप्लाई मीट फॉर द एक्सपोर्ट अंडर बॉन्ड, इंटीग्रेटेड टैक्स लगना अंडर बॉन्ड है या अंडरटेकिंग विदाउट पेमेंट ऑफ टैक्स, सब कुछ लिखना है। और इस तो इलावा ਜਿਹੜਾ ਆਪਾਂ ਐਕਸਪੋਰਟ ਇਨਵਾਇਸ ਇਸ਼ੂ ਕਰਾਂਗੇ ਉਹ 'ਚ ਨੇਮ ਅਤੇ ਐਡਰੈਸ ਰਿਸੀਵਰ ਦਾ, डिलीवरी का एड्रैस, कंट्री का डेस्टिनेशन सारा। कंसोलीडेटेड इनवाइस हूँ मैं दोबारा नहीं दस रहे, ये उदो इशू होनी है अगर वो सप्लाई 200 तो घट करता एंड तो इशू कर देंगे ने। ठीक है, और मेरे ख्याल नाल आपां डैबिट नोट तो क्रैडिट नोट कर लीए, कर ही लैने। चलो डैबिट नोट कदों इशू होंदा है, इत्थे देख लो ਜਦੋਂ टैक्सेबल ਜਿਹੜੀ टैक्सेबल वैल्यू है इनवाइस ਦੇ ਵਿੱਚ ज़्यादा ਹੋਵੇ टैक्सेबल वैल्यू सप्लाई तो, मतलब बिल ਦੇ ਵਿੱਚ मैं ज़्यादा शो करता बट मैं टैक्सेबल वैल्यू सप्लाई ਜਿਹੜੀ ਕੀਤੀ ਉਹ ਘੱਟ ਆ, ਜਾਂ ਜਦੋਂ मैं टैक्स ज़्यादा चार्ज कर लिया तो टैक्स पेएबल घट आ, या गुड्स रिटर्न हो गई या गुड्स डेफिशिएंट मतलब घट पाई गई। इस केस ਦੇ ਵਿੱਚ ਆਪਾਂ ਕੀ ਨੋਟ इशू करते हैं क्रैडिट नोट। डैबिट नोट ਇਹਦਾ ਪੁੱਠਾ ਆ, ਇੱਥੇ टैक्सेबल वैल्यू इनवाइस ਦੇ ਵਿੱਚ घट होगी, सप्लाई ज़्यादा की होगी। ठीक है, टैक्स इनवाइस ਦੇ ਵਿੱਚ घट होगा, टैक्स पे ज़्यादा किया होगा, इस केस ਦੇ ਵਿੱਚ इशू करना है डैबिट नोट। यही चीज़ ये लिखी हुई है। क्रैडिट नोट की है आफ्टर इशूइंग द टैक्स इनवाइस द बिल ऑफ सप्लाई देयर कुड बी सम सर्कमस्टेंसिस ਜਦੋਂ ਜਿਹੜਾ बिल आ वो ज़्यादा शो किया हुआ लिखा भी होया, जिमें एग्जाम्पल लिखा वेयर एक्सैस टैक्स हैज़ बीन चार्ज फ्रॉम द कस्टमर बाय मिसटेक कितना आ 100 पीसिस थी बट इन एक्चुअल सप्लाई किन्ने किते 90, तो इस केस ਦੇ ਵਿੱਚ ਕੀ इशू होगा क्रैडिट नोट। अगर ਇਹਦਾ रिवर्स ਹੁੰਦਾ कि मान लो 90 मैं बिल च पाए ने बट सप्लाई किते 100, फिर इशू की होना सी डैबिट नोट। सो क्रैडिट नोट डैबिट नोट की आ ये तुसी हुण समझ गए हो, मैनू नहीं लगता अगे मैनू ये चीज़ कराने की जरूरत है। उस तो बाद जिन्ना भी चैप्टर आ वो ईजी आ,
डिलीवरी चलान मैं थोड़ा दस दिंदा है। डिलीवरी चलान की होंदा, इन केस इनवॉइस कैन नॉट बी इशू, जो गुड्स आप रिमूव करते हैं फैक्ट्री चो इनवॉइस इशू नहीं हो सकती, उस केस के डिलीवरी चलान इशू होंदा है। डिलीवरी चलान से की लिखा जाता सब कुछ, डेट ऑफ रिमूवल की है, टाइम ऑफ रिमूवल की है, ट्रांसपोर्टेशन ऑफ गुड्स जॉब परपस लिए या कोई होर परपस आ, सैमी नॉक्ड गुड गई या कंप्लीटली नॉक्ड गुड गई, सब कुछ डिटेल मैंशन होंदी है। डिलीवरी चलान के भी 3 कॉपियाँ होंदियां ने, एक रिसीवर लिए, एक ट्रांसपोर्टर लिए, एक सप्लायर लिए। ठीक है, जिहड़ा ई वे बिल आ वो मैं तुहानूं करा दिंदा। ई वे की है, इलैक्ट्रॉनिक बिल आ, जदों भी गुड्स मूव होणियां ने और जिहदी वैल्यू 50,000 तो ज़्यादा आ उहदे लई ई वे बिल चाहीदा हुंदा। इहदा परपस की है, तां जो कोई लोग चैक टैक्स की चोरी ना कर सकन और GST के लॉ नाल कंप्लाई कर रहे हैं नहीं उहदे बारे हुंदा। और ई वे बिल का फॉर्मेट की है, पार्ट ए च बेसिक डिटेल होंदियां ने, रिसीवर का GST आई नंबर, प्लेस ऑफ सब डिलीवरी की है, इनवॉइस नंबर की है, वैल्यू गुड की कितनी, HSN की है, ट्रांसपोर्ट डॉकूमेंट मतलब जिन्हें डिलीवरी करनी है, रीजन फॉर ट्रांसपोर्टेशन, पार्ट बी जो वहीकल ट्रांसपोर्ट कर रहा है वो डिटेल। ठीक है, जिहड़ा ई वे बिल आ मोस्टली जो आप गुड्स नूं ट्रांसपोर्ट करते हैं वो यूज़ किया जाता है। एवरी रजिस्टर्ड परसन जो भी गुड्स नूं मूव करता है, ट्रांसपोर्ट करता है, 50,000 तो वैल्यू ज़्यादा हो तो फॉर्म GST EWB01 कॉमन पोर्टल से फिल करूँगा, मूवमेंट ऑफ गुड्स का कारण दसूगा भी सप्लायर ही कर रहे हैं या ब्रांच को भेज रहे हैं या इनवर्ड सप्लाई रजिस्टर्ड कोल। ठीक है, तो फिर पार्ट बी फिल करूँगा जो लिखूगा कि ट्रांसपोर्ट वहीकल नंबर केड़ा है, वहीकल केड़ा है, वो डिटेल दूँगा, वो आप कर रहे हैं, कोई कंपनी हायर की है सारा। ठीक है, हु शुड जनरेट, कौन जनरेट करते ई वे बिल, कंसाइनर या कंसाइनी जो गुड्स भेज रहे हैं तो वो हायर कर रहे हैं, रेलवे एयर वैसल वगैरह। ट्रांसपोर्टर भी इशू कर सकते हैं अपने आप, जो ट्रांसपोर्टर ने हैंड ओवर करनी है गुड्स बाय रोड, अगर कंसाइनर और कंसाइनी की वैल्यू जी वैल्यू आ 50,000 तो ज़्यादा है। प्रिंसीपल भी इशू कर सकता है जो वो जॉब वर्कर को भेज रहा गुड्स। ठीक है, ई वे बिल एग्जम्प्टेड परसन भी जनरेट कर सकता है वैन हैंडीक्राफ्ट गुड्स आर ट्रांसपोर्टेड किए जाते हैं एक स्टेट तो दूसरी स्टेट के विच, तो टैक्स नहीं लगता, तो ई वे बिल जनरेट किया जाता है सैड परसन जो मतलब जो सप्लाई करूँगा। ठीक है, आ सारिया चीज़ां उही ने। दोबारा वैलिडिटी देख लो, अगर 100 किलोमीटर तो घट डिस्टेंस है तो 1 दिन, अगर 100 किलोमीटर तो ज़्यादा है तो जिन्ने ज़्यादा यानी कि 150 मतलब अगे बढ़ गया ना, 50 अगे हो गया तो 1 एडिशनल दिन। ठीक है, 180 हो गया तो भी 1 एडिशनल दिन, 200 तक 1 एडिशनल दिन, जो 210 हो गया तो 2 एडिशनल दिन। ठीक है, और ये नाल ही जिहड़ा अपना चैप्टर आ वो पूरा है। अगर इस चैप्टर चो कोई पॉइंट पुछना है पुछ लियो। डैबिट नोट क्रैडिट नोट मैं तुहानूं दसता, जिहड़ियां बाकी विच चीज़ां ने कंटेंट वगैरह वो सेम ने। सो इस चैप्टर नूं पूरा कर लियो, जो कोई भी प्रॉब्लम हुई तो मैनूं क्लास च डिस्कस कर लियो।